ਗੁਰਪਿਆਰੀ ਸਾਧ ਸੰਗਤ ਜੀ, ਮੈਂ ਵਿਨੋਦ ਜੋ ਲੰਡਨ ਇੰਗਲੈਂਡ ਵਿੱਚ ਰਹਿੰਦਾ ਹਾਂ। ਆਪ ਜੀ ਦੇ ਲਈ ਪੂਜਯ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨ ਲੈ ਕੇ ਹਾਜ਼ਰ ਹੋਇਆ ਹਾਂ। ਬੇਨਤੀ ਹੈ, ਜੋ ਕੋਈ ਵੀ ਪ੍ਰੇਮੀ ਇਹਨਾਂ ਵਚਨਾਂ ਨੂੰ ਸੁਣੇ ਅਤੇ ਕੋਸ਼ਿਸ਼ ਕਰਕੇ ਇਹਨਾਂ ਵਚਨਾਂ ਤੋਂ ਲਾਭ ਉਠਾਵੇ ਤਾਂ ਸਾਧ ਸੰਗਤ ਜੀ ਪੇਸ਼ ਹਨ ਪੂਜਯ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨ। ਅਤੇ ਅੱਜ ਕੱਲ੍ਹ ਤੋਂ ਅੱਗੇ ਅੱਜ ਡੇਰਾ ਜਗਮਾਲਵਾਲੀ ਵਿੱਚ ਪਿੰਡ ਜੰਡਾਵਾਲ ਤੋਂ ਪ੍ਰੇਮੀ ਕੌਰ ਸਿੰਘ ਨੇ ਉੱਥੇ ਦੇ ਹੀ ਇੱਕ ਪ੍ਰੇਮੀ ਦੇ ਬਾਪ ਦੇ ਬਾਰੇ ਗੱਲ ਕਰਦਿਆਂ ਪੂਜਯ ਮਨੀਸ਼ ਸਾਹਿਬ ਜੀ ਨੂੰ ਦੱਸਿਆ ਕਿ ਜੀ ਉਸਨੇ ਤਾਂ ਨਾਮ ਵੀ ਨਹੀਂ ਲਿਆ ਸੀ। ਨਈਆਂ ਵਾਲੇ ਸਾਧ ਬੇਲਾ ਜੋ ਡੇਰਾ ਹੈ ਉਸ ਦੀ ਡਿੱਗੀ ਦੀ ਪਟਾਈ ਵੇਲੇ ਉਸਨੇ ਬਸ ਸੇਵਾ ਕੀਤੀ ਸੀ। ਉਸਨੇ ਵੀ ਚੋਲਾ ਛੱਡਣ ਤੋਂ 4 ਦਿਨ ਪਹਿਲਾਂ ਦੱਸ ਦਿੱਤਾ ਸੀ। ਸ਼ਾਮ ਦੇ 4 ਵਜੇ ਦਾ ਟਾਈਮ ਵੀ ਦੱਸ ਦਿੱਤਾ ਸੀ ਕਿ ਮੈਂ ਇਸ ਵੇਲੇ ਚਲੇ ਜਾਣਾ ਹੈ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਦੇਖੋ ਬਈ, ਇਹ ਤਾਂ ਹੈ ਹੀ, ਜਿਸ ਨੇ ਵੀ ਪਰਮ ਸੰਤਾਂ ਦੇ ਦਰਸ਼ਨ ਵੀ ਕਰ ਲਏ ਨੇ ਉਹ ਵੀ ਵਿਸ਼ਵਾਸ 'ਚ ਆ ਜਾਏ ਤਾਂ ਦੱਸ ਜਾਂਦਾ ਹੈ। ਤਾਂ ਫਿਰ ਫਰਮਾਇਆ, ਬੁੱਢੇ ਤਾਂ ਦੱਸ ਜਾਂਦੇ ਨੇ, ਜਵਾਨ ਜਾਣਦਾ ਨਹੀਂ ਦੱਸਦੇ। ਫਿਰ ਘਰ ਵਾਲੇ ਪਹਿਲਾਂ ਹੀ ਰੋਣ ਪਿੱਟਣ ਲੱਗ ਜਾਂਦੇ ਨੇ ਅਤੇ ਉੱਪਰ ਜਾ ਕੇ ਜੀਵ ਨੂੰ ਬਹੁਤ ਤਕਲੀਫ ਹੁੰਦੀ ਹੈ। ਅਤੇ ਜੰਡ ਵਾਲੇ ਪ੍ਰੇਮੀ ਤੋਂ ਮਿਹਰ ਸਿੰਘ ਜੀ, ਬੁੱਢੇ ਆਦਮੀ ਤਾਂ ਮੋਹ ਵੀ ਘੱਟ ਹੋ ਜਾਂਦਾ ਹੈ, ਬੁੱਢੇ ਨੂੰ ਤਾਂ ਲੋਕ ਰੋਂਦੇ ਵੀ ਘੱਟ ਨੇ। ਅਤੇ ਸਰਸਾ ਤੋਂ ਅਵਿਨਾਸ਼ ਪ੍ਰੇਮੀ ਨੇ ਕਿਹਾ, ਜੇ ਬੁੱਢਾ ਮਰ ਜਾਵੇ ਤਾਂ ਘਰ ਵਾਲੇ ਕਹਿੰਦੇ ਨੇ ਚੰਗਾ ਖੰਘ ਦਾ ਘਰ ਨਿਕਲ ਗਿਆ। ਅਤੇ ਫਿਰ ਮੇਰੇ ਸਾਹਿਬ ਜੀ ਨੇ ਫਰਮਾਇਆ, ਬੁੱਢੇ ਨੂੰ ਤਾਂ ਘੱਟ ਹੀ ਰੋਂਦੇ ਨੇ, ਬਲਕਿ ਖੁਸ਼ੀ ਮਨਾਉਂਦੇ ਨੇ ਕਿ ਖਾਣ ਲਈ ਲੱਡੂ ਬਣਾਉਣਗੇ। ਅਤੇ ਆਪ ਜੀ ਦੀ ਗੱਲ ਸੁਣ ਕੇ ਸੰਗਤ ਬਹੁਤ ਹੀ ਹੱਸਣ ਲੱਗੀ। ਅਤੇ ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਜਿਸ ਨੇ ਵੀ ਇੱਕ ਵਾਰੀ ਦਰਸ਼ਨ ਕਰ ਲਏ ਨੇ, ਬੇਸ਼ੱਕ ਨਾਮ ਨਹੀਂ ਲਿਆ, ਇਸ ਜਨਮ 'ਚ ਨਹੀਂ ਤਾਂ ਅਗਲੇ ਜਨਮ 'ਚ ਜ਼ਰੂਰ ਪਕੜਿਆ ਜਾਵੇਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ। ਅਤੇ ਫਿਰ ਫਰਮਾਇਆ, ਇਸ ਜਨਮ 'ਚ ਨਹੀਂ ਤਾਂ ਅਗਲੇ ਜਨਮ 'ਚ ਜ਼ਰੂਰ ਪਕੜਿਆ ਜਾਵੇਗਾ। ਵਚਨ ਨੰਬਰ 381। ਅੱਜ ਰਾਤ ਦੀ ਡੇਰਾ ਜਗਮਾਲਵਾਲੀ ਵਿੱਚ ਮਜਲਿਸ 'ਚ ਸਰਸਾ ਤੋਂ ਆਈ ਸੰਗਤ 'ਚ ਮੋਹਣ ਸੇਠੀ ਦੀ ਲੜਕੀ ਕਿੰਨੂ ਸਾਹਮਣੇ ਖੜੀ ਸੀ ਅਤੇ ਪੂਜਯ ਮਨੀਸ਼ ਸਾਹਿਬ ਜੀ ਵੱਲ ਵੇਖ ਰਹੀ ਸੀ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਇੱਧਰ ਦੇਖਦੀ ਹੈ। ਤਾਂ ਮੋਹਣ ਸੇਠੀ ਨੇ ਦੱਸਿਆ, ਜੀ ਕਈ ਵਾਰੀ ਸਤਸੰਗ ਦੀ ਟੇਪ ਲੱਗੀ ਹੁੰਦੀ ਹੈ ਤਾਂ ਕਈ ਲਫ਼ਜ਼ ਤਾਂ ਪੂਰੇ ਕਹਿ ਦਿੰਦੀ ਹੈ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਆਪਣੇ ਲੜਕੇ ਗੋਬਿੰਦ ਦੀ ਲੜਕੀ ਬਾਰੇ ਗੱਲ ਕਰਦਿਆਂ ਫਰਮਾਇਆ, ਗੋਬਿੰਦ ਦੀ ਕੁੜੀ ਵੀ ਬਲਾ ਹੈ, ਤੁਰੀ ਆਉਂਦੀ ਹੀ ਦੇਖ ਲਓ ਅਤੇ ਸਾਨੂੰ ਦੇਖ ਕੇ ਭੱਜੀ ਆਓ, ਦੇਖ ਲਓ ਨਸੀਬਾਂ ਦੀ ਗੱਲ ਹੈ। ਅਤੇ ਫਿਰ ਫਰਮਾਇਆ, ਸਾਡੇ ਮਾਮੇ ਦੀ ਲੜਕੀ ਸੀ, ਉਸ ਦੀ ਸ਼ਾਦੀ 'ਤੇ ਸੱਚੇ ਪਾਤਸ਼ਾਹ ਆਏ ਸੀ, ਉਸ ਨੂੰ ਹਿਸਟੀਰੀਆ ਹੋ ਗਿਆ ਸੀ, ਯਾਨੀ ਕਿ ਮਿਰਗੀ ਪੈਂਦੀ ਸੀ। ਉਸਨੇ ਸੱਚੇ ਪਾਤਸ਼ਾਹ ਵੱਲ ਵੇਖਿਆ ਹੀ ਨਹੀਂ। ਫਿਰ ਸੱਚੇ ਪਾਤਸ਼ਾਹ ਦੇ ਕਮਰੇ 'ਚ ਲੈ ਗਏ। ਇੱਕ ਬੀਬੀ ਨੇ ਉਸ ਦਾ ਮੂੰਹ ਉੱਧਰ ਨੂੰ ਵੀ ਕੀਤਾ ਕਿ ਸੱਚੇ ਪਾਤਸ਼ਾਹ ਨੂੰ ਦੇਖ ਲੈ। ਸੱਚੇ ਪਾਤਸ਼ਾਹ ਸਾਹਮਣੇ ਖੜ੍ਹੇ ਰਹੇ ਕਿ ਲੜਕੀ ਦੇਖੇ, ਪਰ ਉਸਨੇ ਉੱਧਰ ਦੇਖਿਆ ਹੀ ਨਹੀਂ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਜੀਵ ਨਸੀਬ ਕਿੱਥੋਂ ਲਿਆਵੇ। ਅਤੇ ਫਿਰ ਫਰਮਾਇਆ ਕਿ ਜਲੰਧਰ ਵਾਲੇ ਮਿੱਤ ਲਾਲ ਦਾ ਪੋਤਾ ਵੀ ਉਹ ਨਾਮ ਰਖਾਉਣ ਆਏ ਤਾਂ ਉਹ ਸਾਨੂੰ ਦੇਖ ਕੇ ਹੀ ਹੱਸਣ ਲੱਗਾ। ਉਹ ਸਾਰੇ ਹੈਰਾਨ ਕਿ ਬੱਚਾ ਕਿਵੇਂ ਹੱਸਦਾ ਹੈ। ਵਚਨ ਨੰਬਰ 382। ਅੱਜ ਕਾਲਾਂ ਵਾਲੀ ਬਿਜਲੀ ਘਰ ਤੋਂ ਮਹਿਤਾ ਸਾਹਿਬ ਜੀ ਦੇ ਪਿਤਾ ਜੀ ਨੇ ਰਾਤ ਦੀ ਮਜਲਿਸ 'ਚ ਬਾਗੜੀ ਸ਼ਬਦ ਮਾਈ ਮੋਰੇ ਮੰਦਰ ਮੇਂ ਜੋਤ ਜਗੇ ਬੋਲਿਆ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਉਹ ਜੋਤ ਤਾਂ ਸਭ ਦੇ ਅੰਦਰ ਹੈ, ਉਹ ਦੇਖਣੀ ਸੀ, ਫਿਰ ਖਾਲਸਾ ਬਣਦਾ ਹੈ। ਪੂਰਨ ਜੋਤ ਜਗੇ ਘਟ ਮੇਂ ਤਬ ਖਾਲਸਾ ਤਹੀਂ ਨਖਾਲਸ ਜਾਣੇ। ਇਸ ਜੋਤ ਬਾਰੇ ਸਾਰੇ ਫਕੀਰਾਂ ਨੇ ਲਿਖਿਆ ਹੈ, ਘਟ ਅੰਤਰੇ ਸੱਚੀ ਬਾਣੀ, ਸੱਚੋ ਆਪ ਪਛਾਣੇ ਰਾਮ। ਇਹੀ ਪਲਟੂ ਸਾਹਿਬ ਜੀ ਨੇ ਕਿਹਾ ਹੈ ਕਿ ਉਲਟਾ ਕੁआं ਗगन में तिस्म है जरे चिराग, तिस्म है जरे चिराग बिन रोगन बिन बाती। ਇਸ ਦਾ ਨਾਮ ਅਖੰਡ ਜੋਤ ਹੈ। ਬਾਹਰ ਤਾਂ ਕਦੇ ਤੇਲ ਖਤਮ ਹੋ ਗਿਆ, ਕਦੀ ਬੱਤੀ ਬੁਝ ਗਈ, ਕਦੀ ਦੀਵਾ ਟੁੱਟ ਗਿਆ,
ਇਹ ਅਸਲੀ ਜੋਤ ਇਨਸਾਨ ਦੇ ਅੰਦਰ ਕੁਦਰਤੀ ਤੌਰ 'ਤੇ ਹਰ ਵੇਲੇ ਜਗ ਰਹੀ ਹੈ। ਵਚਨ ਨੰਬਰ 383। ਅੱਜ ਡੇਰੇ ਵਿੱਚ ਰਾਤ ਦੀ ਮਜਲਿਸ 'ਚ ਪੂਜਯ ਮਨੇਸ਼ ਸਾਹਿਬ ਜੀ ਨੇ ਦਰਬਾਰ ਦੇ ਸਾਰੇ ਸਾਧੂਆਂ ਨੂੰ ਡੇਰੇ ਦੀ ਹਰ ਛੋਟੀ ਤੋਂ ਛੋਟੀ ਸੇਵਾ ਪੂਰੀ ਲਗਨ ਅਤੇ ਮਿਹਨਤ ਨਾਲ ਕਰਨ ਦੀ ਤਾਕੀਦ ਕਰਦੇ ਹੋਏ ਫਰਮਾਇਆ, ਸਾਰਿਆਂ ਨੂੰ ਹਰ ਵੇਲੇ ਫੌਜੀਆਂ ਦੀ ਤਰ੍ਹਾਂ ਚੁਸਤ ਰਹਿਣਾ ਚਾਹੀਦਾ ਹੈ। ਪਤਾ ਨਹੀਂ ਕਦੋਂ ਕਾਲ ਸ਼ਰਾਰਤ ਕਰ ਜਾਏ, ਕੋਈ ਗਲਤ ਆਦਮੀ ਡੇਰੇ 'ਚ ਆ ਜਾਏ। ਜ਼ਮਾਨਾ ਕਿਹੜਾ ਹੈ। ਸਾਡੇ ਮੇਨ ਗੇਟਾਂ 'ਤੇ ਤਾਲੇ ਚੰਗੀ ਤਰ੍ਹਾਂ ਲਾਇਆ ਕਰੋ। ਜਦੋਂ ਖੋਲ੍ਹੋ ਫੇਰ ਲਾਓ। ਅਗਰ ਫੇਰ ਤਾਲਾ ਖੋਲ੍ਹੋ ਫਿਰ ਉਸੀ ਟਾਈਮ ਹੀ ਲਾਓ। ਅਗਰ ਇੱਕ ਆਦਮੀ ਨੇ ਤਾਲਾ ਲਾ ਕੇ ਚਾਬੀ ਦੂਸਰੇ ਨੂੰ ਦਿੱਤੀ ਤਾਂ ਉਸੀ ਟਾਈਮ ਜਾ ਕੇ ਦੇਖੋ ਕਿ ਤਾਲਾ ਠੀਕ ਲੱਗਿਆ ਹੋਇਆ ਹੈ। ਅਤੇ ਫਿਰ ਪੂਜਯ ਮਨੇਸ਼ ਸਾਹਿਬ ਜੀ ਨੇ ਉਸ ਅੰਗਰੇਜ਼ ਲੜਕੇ ਦੀ ਗੱਲ ਸੁਣਾਈ ਜੋ ਬਾਪ ਦੇ ਕਹਿਣ ਦੀ ਡਿਊਟੀ ਦੇ ਟਾਈਮ ਜਹਾਜ਼ 'ਤੇ ਗੇਟ 'ਤੇ ਖੜ੍ਹੇ ਹੋਣ ਵੇਲੇ ਸੜ ਕੇ ਸੁਆਹ ਹੋ ਗਿਆ ਸੀ, ਪਰ ਡਿਊਟੀ ਤੋਂ ਪਰੇ ਨਹੀਂ ਸੀ ਹੋਇਆ। ਉਸ ਦਾ ਨਾਂ ਅੱਜ ਤੱਕ ਮਸ਼ਹੂਰ ਹੈ। ਅਤੇ ਫਿਰ ਆਪ ਜੀ ਨੇ ਇੱਕ ਹੋਰ ਫੌਜੀ ਜਰਨੈਲ ਦੀ ਗੱਲ ਸੁਣਾਈ ਕਿ ਸਮੁੰਦਰ 'ਚ ਤੂਫਾਨ ਆਇਆ ਹੋਇਆ ਸੀ। ਉਸ ਨੂੰ ਸਾਰਿਆਂ ਨੇ ਰੋਕਿਆ ਸੀ ਕਿ ਆਪ ਸਮੁੰਦਰ 'ਚ ਨਾ ਜਾਓ। ਤਾਂ ਉਹ ਕਹਿਣ ਲੱਗਾ ਕਿ ਮੇਰੀ ਜਾਨ ਤੋਂ ਜ਼ਿਆਦਾ ਜ਼ਰੂਰੀ ਹੈ ਉੱਥੇ ਪਹੁੰਚਣਾ। ਉਹ ਬੇਸ਼ੱਕ ਤੂਫਾਨ ਨਾਲ ਮਰ ਹੀ ਗਿਆ, ਪਰ ਉਸਨੇ ਆਪਣੀ ਡਿਊਟੀ ਨੂੰ ਆਪਣਾ ਫਰਜ਼ ਸਮਝਿਆ। ਇਸ ਦਾ ਨਾਂ ਹੈ ਡਿਊਟੀ। ਅਤੇ ਫਿਰ ਫਰਮਾਇਆ, ਡੇਰੇ 'ਚ ਹਰ ਵੇਲੇ ਚੁਸਤ ਰਹੋ। ਆਦਮੀ ਦਾ ਸਭ ਤੋਂ ਵੱਡਾ ਦੁਸ਼ਮਣ ਆਲਸ ਸੁਸਤੀ ਹੈ। ਇਹ ਨਹੀਂ ਸੇਵਾ ਕਰਨ ਦਿੰਦੇ। ਬਸ ਹਾਂ ਕਰ ਲਵਾਂਗੇ, ਹਾਂ ਕਰ ਲਵਾਂਗੇ ਕਰਦਾ ਟਾਈਮ ਕੱਢ ਦਿੰਦਾ ਹੈ। ਅਤੇ ਫਿਰ ਆਪ ਜੀ ਨੇ ਤੁਲਸੀਦਾਸ ਜੀ ਦੀ ਘੱਟ ਰਮਾਇਣ 'ਚੋਂ ਕਈ ਪੰਕਤੀਆਂ ਪੜ੍ਹ ਕੇ ਸੁਣਵਾਈਆਂ ਕਿ ਆਲਸ ਕਰਨ ਨਾਲ ਕੀ ਕੀ ਨੁਕਸਾਨ ਹੁੰਦਾ ਹੈ। ਵਚਨ ਨੰਬਰ 384। ਅੱਜ ਡੇਰਾ ਜਗਮਾਲਵਾਲੀ ਵਿੱਚ ਰਾਤ ਦੀ ਮਜਲਿਸ 'ਚ ਪੂਜਯ ਮਨੇਸ਼ ਸਾਹਿਬ ਜੀ ਨੇ ਕਵਿਰਾਜ ਨਿਰਮਲ ਦੇ ਬਾਰੇ ਫਰਮਾਇਆ ਕਿ ਨਿਰਮਲ ਸਾਡੇ ਤੋਂ ਨਾਰਾਜ਼ ਹੈ। ਫਿਰ ਆਪ ਜੀ ਨੇ ਨਿਰਮਲ ਨੂੰ ਸ਼ਬਦ ਬੋਲਣ ਲਈ ਕਿਹਾ ਤਾਂ ਨਿਰਮਲ ਕਹਿਣ ਲੱਗਿਆ ਕਿ ਮੇਰਾ ਗਲਾ ਖਰਾਬ ਹੈ। ਤਾਂ ਪੂਜਯ ਮਨੇਸ਼ ਸਾਹਿਬ ਜੀ, ਗਲਾ ਕਿਵੇਂ ਖਰਾਬ ਹੋ ਗਿਆ? ਚਲੋ ਬੋਲ ਤਾਂ ਸਹੀ। ਫਿਰ ਨਿਰਮਲ ਨੇ ਬੇਨਤੀ ਦਾ ਸ਼ਬਦ, ਮੇਰੀ ਬੇਨਤੀ ਹੈ ਪਲ ਪਲ ਛਨ ਛਨ ਬੋਲਿਆ। ਤਾਂ ਬਾਅਦ 'ਚ ਪੂਜਯ ਮਨੇਸ਼ ਸਾਹਿਬ ਜੀ ਨੇ ਗੰਗਾ ਨਗਰ ਤੋਂ ਤੀਰਥ ਸਿੰਘ ਦੇ ਭਰਾ ਜਗੀਰ ਸਿੰਘ ਨੂੰ ਪੁੱਛਿਆ, ਕਿਵੇਂ ਜਗੀਰ ਸਿੰਘ, ਇਸ ਦਾ ਗਲਾ ਖਰਾਬ ਹੈ? ਜਗੀਰ ਸਿੰਘ ਜੀ ਨੇ ਕਿਹਾ, ਨਹੀਂ ਜੀ। ਫਿਰ ਆਪ ਜੀ ਨੇ ਘੁੱਕਿਆਂ ਵਾਲੀ ਤੋਂ ਅਮਰ ਸਿੰਘ ਨੂੰ ਪੁੱਛਿਆ, ਕਿਵੇਂ ਅਮਰ ਸਿੰਘ, ਇਸ ਦਾ ਗਲਾ ਖਰਾਬ ਹੈ? ਅਮਰ ਸਿੰਘ ਨੇ ਵੀ ਕਿਹਾ, ਨਹੀਂ ਜੀ। ਅਤੇ ਫਿਰ ਆਪ ਜੀ ਨੇ ਖਾਰੀਆ ਵਾਲੇ ਵਿਨੋਦ ਨੂੰ ਪੁੱਛਿਆ, ਕਿਵੇਂ ਵਿਨੋਦ, ਇਸ ਦਾ ਗਲਾ ਖਰਾਬ ਹੈ? ਤਾਂ ਵਿਨੋਦ ਨੇ ਕਿਹਾ, ਨਹੀਂ ਜੀ, ਗਲਾ ਤਾਂ ਠੀਕ ਹੈ। ਤਾਂ ਪੂਜਯ ਮਨੇਸ਼ ਸਾਹਿਬ ਜੀ ਹੱਸਣ ਲੱਗੇ ਅਤੇ ਫਰਮਾਇਆ ਕਿ ਬਾਗੜੀਏ ਤਾਂ ਬਾਗੜੀਏ ਦੀ ਮਦਦ ਕਰਦੇ ਨੇ। ਅਤੇ ਫਿਰ ਫਰਮਾਇਆ, ਬੇਈਮਾਨ ਮਨ ਨਾਲ ਲੜ। ਵਚਨ ਨੰਬਰ 385। ਅੱਜ ਰਾਤ ਦੀ ਮਜਲਿਸ 'ਚ ਪੂਜਯ ਮਨੇਸ਼ ਸਾਹਿਬ ਜੀ ਨੇ ਕਾਫੀ ਦਿਨਾਂ ਤੋਂ ਹੋ ਰਹੇ ਆਪਣੀ ਸੱਜੀ ਬਾਂਹ ਦਾ ਦਰਦ ਜ਼ਿਕਰ ਕਰਦੇ ਹੋਏ ਫਰਮਾਇਆ ਕਿ ਬਾਂਹ 'ਚ ਕਾਫੀ ਦਰਦ ਰਹਿੰਦਾ ਹੈ। ਤਾਂ ਬਲਕਾਰ ਜੀ ਨੇ ਕਿਹਾ, ਦਰਦ ਤਾਂ ਠੀਕ ਹੋ ਜਾਏਗਾ, ਉਹ ਕਿਹੜਾ ਇਸੇ ਤਰ੍ਹਾਂ ਹੀ ਰਹਿਣਾ ਹੈ। ਤੇ ਫਿਰ ਸਤਿਗੁਰ ਕਲੋਨੀ ਵਾਲੇ ਪੂਰਨ ਸਿੰਘ ਜੀ ਨੇ ਹੱਸਦੇ ਹੋਏ ਕਹਿਣ ਲੱਗੇ ਕਿ ਮਹਾਰਾਜ ਜੀ, ਆਪ ਜੀ ਨੇ ਤਾਂ ਕਿਹਾ ਸੀ ਕਿ ਇਹ 2 ਮਹੀਨੇ ਦਰਦ ਰਹਿਣਾ ਹੈ ਅਤੇ ਇਹ ਦੁਨੀਆ ਦੇ ਪਾਪ ਦਾ ਅਸਰ ਹੈ। ਹੁਣ ਤਾਂ 2 ਮਹੀਨੇ ਵੀ ਹੋ ਗਏ ਨੇ। ਅਤੇ ਪੂਰਨ ਦੀ ਗੱਲ ਸੁਣ ਕੇ ਪੂਜਯ ਮਨੇਸ਼ ਸਾਹਿਬ ਜੀ ਹੱਸਣ ਲੱਗੇ ਅਤੇ ਫਰਮਾਇਆ, ਹਾਲੀ 2 ਮਹੀਨੇ ਕਿੱਥੇ ਹੋਏ ਨੇ, ਹਾਲੀ ਤਾਂ ਦਰਦ ਹੋਰ ਹੋਣਾ ਹੈ, ਹਾਲੀ ਤਾਂ ਜਨਵਰੀ ਪਈ ਹੈ, ਫਿਰ ਠੀਕ ਹੋਏਗਾ। ਅਤੇ ਫਿਰ ਫਰਮਾਇਆ, ਬੜੇ ਬੜੇ ਕਰਮ ਪਏ ਨੇ। ਮਸਤਾਨਾ ਜੀ ਦੇ ਕਿੱਡੇ ਕਿੱਡੇ ਫੋੜੇ ਨਿਕਲੇ ਸੀ। ਦਿੱਲੀ ਚਾਚਾ ਜੀ ਦੇ ਘਰ ਮਸਤਾਨਾ ਜੀ ਨੇ ਉੱਠ ਵਾਂਗੂ ਉਡਾਟ ਪਾਇਆ ਸੀ ਅਤੇ ਰੱਖਿਆ ਰਾਮ ਅਤੇ ਖੁਸ਼ੀ ਰਾਮ ਨੂੰ ਗਸ਼ੀ ਪੈ ਗਈ ਸੀ। ਅਤੇ ਫਿਰ ਦੁੱਧ ਵਗੈਰਾ ਪਿਲਾਇਆ ਅਤੇ ਫਿਰ ਆਪ ਜੀ ਨੇ ਫਰਮਾਇਆ ਕਿ ਦਵਾਈਆਂ ਨਾਲ ਵੀ ਹੁੰਦਾ ਹੈ, ਇਹ ਤਾਂ ਜਦੋਂ ਠੀਕ ਹੋਣਾ ਹੈ ਉਦੋਂ ਹੀ ਹੋਣਾ ਹੈ। ਵਚਨ ਨੰਬਰ 386। ਅੱਜ ਸ਼ਾਮ ਵੇਲੇ ਹਿਸਾਰ ਤੋਂ ਸਟੇਸ਼ਨ ਮਾਸਟਰ ਜੀ ਅਤੇ ਉਹਨਾਂ ਦਾ ਲੜਕਾ ਦਰਬਾਰ ਦਰਸ਼ਨ ਕਰਨ ਲਈ ਆਏ।
ਤਾਂ ਉਹਨਾਂ ਨੇ ਕਿਸੇ ਕਟੋਰੀ ਵਾਲੇ ਬਾਬੇ ਬਾਰੇ ਗੱਲ ਦੱਸੀ ਜੋ ਸੂਖਸ਼ਮ ਰੂਪ 'ਚ ਗੱਲ ਕਰਦੇ ਹਨ। ਉਹਨਾਂ ਦੱਸਿਆ ਕਿ ਕਟੋਰੀ ਵਾਲੇ ਬਾਬੇ ਨੇ ਸਾਡੇ ਸਾਰੇ ਪਰਿਵਾਰ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਡੇਰੇ ਜਗਮਾਲ ਵਾਲੀ ਜਾ ਕੇ ਪੂਜਯ ਮਨੇਰ ਸਾਹਿਬ ਜੀ ਨੂੰ ਬੇਨਤੀ ਕਰੋ ਕਿ ਮੇਰਾ ਛੁਟਕਾਰਾ ਕਰਵਾਓ, ਉਹਦੇ ਬਿਨਾਂ ਮੇਰਾ ਛੁਟਕਾਰਾ ਨਹੀਂ ਹੋਣਾ। ਉਹਨਾਂ ਦੱਸਿਆ ਕਿ ਕਟੋਰੀ ਵਾਲੇ ਬਾਬੇ ਟੇਪ 'ਤੇ ਕਈ ਘੰਟੇ ਆਪ ਜੀ ਦਾ ਸਤਸੰਗ ਸੁਣਦਾ ਹੈ ਅਤੇ ਹਰ ਸਵਾਲ ਦਾ ਜਵਾਬ ਅੰਗਰੇਜ਼ੀ 'ਚ ਦਿੰਦਾ ਹੈ। ਤਾਂ ਫਿਰ ਮਾਸਟਰ ਤੇਜਭਾਨ ਜੀ ਨੇ ਦੱਸਿਆ ਕਿ ਅਸੀਂ ਕਟੋਰੀ ਵਾਲੇ ਬਾਬੇ ਨੂੰ ਪੁੱਛਿਆ ਕਿ ਸੰਤਾਂ ਦਾ ਪਹਿਰਾਵਾ ਕਿਸ ਤਰ੍ਹਾਂ ਹੈ। ਤਾਂ ਕਟੋਰੀ ਵਾਲੇ ਬਾਬੇ ਨੇ ਦੱਸਿਆ ਕਿ ਸੰਤ ਸਰਦਾਰ ਨੇ ਅਤੇ ਸਫੈਦ ਕੱਪੜੇ ਪਾਉਂਦੇ ਨੇ। ਅਤੇ ਜਦੋਂ ਉਸ ਤੋਂ ਪੁੱਛਿਆ ਕਿ ਮਨੇਰ ਸਾਹਿਬ ਜੀ ਦੇ ਗੁਰੂ ਕੌਣ ਨੇ, ਤਾਂ ਕਹਿੰਦਾ ਮਸਤਾਨਾ ਜੀ। ਤਾਂ ਸਰਸਾ ਤੋਂ ਆਏ ਮੋਹਨ ਸੇਠੀ ਨੇ ਇਸ ਗੱਲ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਗੱਲ ਠੀਕ ਨਹੀਂ। ਤਾਂ ਮਨੇਰ ਸਾਹਿਬ ਜੀ ਨੇ ਫਰਮਾਇਆ ਗੁਰੂ ਤਾਂ ਮਹਾਰਾਜ ਸਾਵਨ ਸਿੰਘ ਜੀ ਨੇ। ਤਾਂ ਸੇਠੀ ਦੀ ਗੱਲ ਕੱਟਦਿਆਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਨਹੀਂ, ਇਹ ਠੀਕ ਹੈ, ਜਿਹੜੇ ਮਾਸਟਰ ਕੋਲੋਂ ਟ੍ਰੇਨਿੰਗ ਲਈ ਜਾਵੇ ਉਹੀ ਗੁਰੂ ਹੁੰਦਾ ਹੈ। ਅਗਰ ਇੱਕ ਮਾਸਟਰ ਚੋਲਾ ਛੱਡ ਜਾਵੇ ਤਾਂ ਦੂਸਰਾ ਨਹੀਂ ਹੋ ਸਕਦਾ। ਤਾਂ ਮਾਸਟਰ ਜੀ ਨੇ ਪੂਜਯ ਮਨੇਰ ਸਾਹਿਬ ਜੀ ਨੂੰ ਦੱਸਿਆ ਕਿ ਉਹਨਾਂ ਸਾਨੂੰ ਇਹ ਕਹਿ ਕੇ ਭੇਜਿਆ ਹੈ ਕਿ ਮੇਰੇ ਛੁਟਕਾਰੇ ਦਾ ਬੰਦੋਬਸਤ ਕਰੋ ਅਤੇ ਬੇਨਤੀ ਕਰੋ। ਅਗਰ ਸੰਤ ਇਜਾਜ਼ਤ ਦੇਣ ਤਾਂ ਡੇਰੇ ਦਰਸ਼ਨਾਂ ਲਈ ਆ ਸਕਦਾ ਹਾਂ। ਅਤੇ ਕਟੋਰੀ ਵਾਲੇ ਬਾਬੇ ਨੇ ਦੱਸਿਆ ਕਿ ਸੂਖਸ਼ਮ ਰੂਪ 'ਚ ਸੰਤਾਂ ਦੇ ਕਈ ਵਾਰ ਦਰਸ਼ਨ ਕਰ ਲਏ ਨੇ। ਤਾਂ ਮਾਸਟਰ ਜੀ ਨੇ ਇਹ ਗੱਲ ਸੁਣ ਕੇ ਪੂਜਯ ਮਨੇਰ ਸਾਹਿਬ ਜੀ ਹੱਸਣ ਲੱਗੇ ਅਤੇ ਫਰਮਾਇਆ ਕਿ ਚੰਗਾ ਕਟੋਰੀ ਵਾਲਾ ਬਾਬਾ ਹੈ। ਅਤੇ ਫਿਰ ਫਰਮਾਇਆ ਜਿਹੜੀਆਂ ਰੂਹਾਂ ਸੂਖਸ਼ਮ ਮੰਡਲ 'ਚ ਰਹਿੰਦੀਆਂ ਨੇ ਉਹ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਆ ਜਾ ਸਕਦੀਆਂ ਨੇ, ਪਰ ਉੱਪਰ ਮਾਲਕ ਦੀ ਦਰਗਾਹ 'ਚ ਨਹੀਂ ਜਾ ਸਕਦੀਆਂ। ਅਤੇ ਫਿਰ ਫਰਮਾਇਆ ਕਿ ਇਹ ਦੇਵੀ ਦੇਵਤੇ, ਭੂਤ ਪ੍ਰੇਤ, ਨਰਕ ਸੁਰਗ ਸਾਰੇ ਹੀ ਸੂਖਸ਼ਮ ਮੰਡਲ ਨੇ। ਇਹਨਾਂ ਦੀਆਂ ਉਮਰਾਂ ਬਹੁਤ ਹੀ ਲੰਬੀਆਂ ਹੁੰਦੀਆਂ ਨੇ ਅਤੇ ਹਜ਼ਾਰਾਂ ਸਾਲ ਦੀਆਂ, ਜੁਗਾਂ ਦੀਆਂ ਉਮਰਾਂ ਹੁੰਦੀਆਂ ਨੇ। ਅਤੇ ਫਿਰ ਫਰਮਾਇਆ ਕਿ ਮਾਸਟਰ ਜੀ ਕਟੋਰੀ ਵਾਲੇ ਬਾਬੇ ਨੂੰ ਕਹਿਣਾ ਕਿ ਉਹ ਮਸਤਾਨਾ ਜੀ ਅੱਗੇ ਬੇਨਤੀ ਕਰਨ, ਹੋਰ ਕੀ ਹੋ ਸਕਦਾ ਹੈ। ਪਰ ਸੂਖਸ਼ਮ ਮੰਡਲ ਵਿੱਚ ਛੁਟਕਾਰਾ ਨਹੀਂ ਹੋ ਸਕਦਾ ਅਤੇ ਜਦੋਂ ਵੀ ਨਾਮ ਮਿਲਣਾ ਹੈ ਜਾਂ ਛੁਟਕਾਰਾ ਹੋਣਾ ਹੈ ਤਾਂ ਇਨਸਾਨੀ ਜਾਮੇ 'ਚ ਹੀ ਹੋਣਾ ਹੈ। ਅਤੇ ਜਦੋਂ ਉਹ ਚੋਲਾ ਛੱਡੇਗਾ ਫਿਰ ਜਿਸ ਜਾਮੇ ਵਿੱਚ ਸਤਿਗੁਰੂ ਪ੍ਰਗਟ ਹੋਏਗਾ ਫਿਰ ਉਸ ਨੂੰ ਨਾਮ ਮਿਲੇਗਾ ਅਤੇ ਫਿਰ ਛੁਟਕਾਰਾ ਹੋਏਗਾ। ਅਤੇ ਫਿਰ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਪਿੰਡ ਸਖਤਾ ਖੇੜਾ ਦੇ ਪ੍ਰੇਮੀ ਮੁਖਤਿਆਰ ਸਿੰਘ ਦੀ ਲੜਕੀ ਜਿਹੜੀ ਕਤਲ ਹੋ ਗਈ ਸੀ ਅਤੇ ਭੂਤ ਬਣ ਗਈ ਸੀ। ਅਤੇ ਫਿਰ ਪੂਜਯ ਮਨੇਰ ਸਾਹਿਬ ਜੀ ਨੇ ਪਿੰਡ ਮਹਾਬੱਦਰ ਦੀ ਗੱਲ ਸੁਣਾਈ ਕਿ ਕੋਈ ਭੂਤ ਕੱਢਣ ਵਾਲਾ ਸੀ, ਭੂਤਾਂ ਨੇ ਹੀ ਉਸ ਨੂੰ ਦੀਵਾਰ 'ਤੇ ਸਿੱਟ ਕੇ ਮਾਰਿਆ ਸੀ। ਉਸ ਦੀ ਆਤਮਾ ਭੂਤ ਬਣ ਕੇ ਇਸ ਲੜਕੇ 'ਚ ਵੜ ਗਈ ਸੀ। ਅਤੇ ਫਿਰ ਆਪ ਜੀ ਨੇ ਕਾਲਾਂਵਾਲੀ ਤੋਂ ਪ੍ਰੇਮੀ ਮੋਹਨ ਓਪਰੇਟਰ ਦੀ ਔਰਤ ਦੀ ਗੱਲ ਸੁਣਾਈ ਜਿਸ ਦੇ ਅੰਦਰ ਭੂਤ ਬੜੇ ਹੋਏ ਸੀ। ਉਸ ਭੂਤਣੀ ਨੇ 5 ਮਿੰਟ ਦੇ ਅੰਦਰ ਹੀ ਦੱਸ ਦਿੱਤਾ ਕਿ ਪੂਜਯ ਮਨੇਰ ਸਾਹਿਬ ਜੀ ਡੇਰੇ ਵਿੱਚ ਹੀ ਹਨ, ਬਾਹਰ ਨਹੀਂ ਗਏ ਹੋਏ। ਅਤੇ ਆਖਿਰ 'ਚ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਇਹ ਸੂਖਸ਼ਮ ਮੰਡਲਾਂ 'ਚ ਰਹਿਣ ਵਾਲੀਆਂ ਰੂਹਾਂ ਸਾਰੇ ਹੀ ਮੰਡਲਾਂ 'ਚ ਆ ਜਾ ਸਕਦੀਆਂ ਨੇ। ਵਚਨ ਨੰਬਰ 387। ਪਿੰਡ ਜੰਡਾਵਾਲਾ ਤੋਂ ਮੇਹਰ ਸਿੰਘ ਦੀ ਲੜਕੀ ਚੋਲਾ ਛੱਡ ਗਈ ਸੀ ਅਤੇ ਪਰਿਵਾਰ 'ਤੇ ਬੇਨਤੀ ਕਰਨ 'ਤੇ ਪੂਜਯ ਮਨੇਰ ਸਾਹਿਬ ਜੀ ਨੇ ਰਾਜਾ ਜੀ ਨੂੰ ਟੇਪ ਲੈ ਕੇ ਜਾਓ ਅਤੇ ਮਜਲਿਸ ਕਰਕੇ ਆਓ। ਅੱਜ ਜੰਡਾਵਾਲਾ ਤੋਂ ਸ਼ਾਮ ਨੂੰ 2 ਪ੍ਰੇਮੀ ਅਰਜਨ ਅਤੇ ਰਣਧੀਰ ਰਾਜਾ ਜੀ ਨੂੰ ਲੈਣ ਲਈ ਸਾਈਕਲਾਂ 'ਤੇ ਆਏ ਨੇ ਅਤੇ ਰਾਜਾ ਜੀ ਉਹਨਾਂ ਨਾਲ ਗਏ। ਤਾਂ ਪੂਜਯ ਮਨੇਰ ਸਾਹਿਬ ਜੀ ਦੇ ਹੁਕਮ ਮੁਤਾਬਕ ਟੇਪ ਲੈ ਕੇ ਡੇਰੇ ਤੋਂ ਆਪਣੇ ਸਾਈਕਲ 'ਤੇ ਹੀ ਜੰਡਾਵਾਲਾ ਮਜਲਿਸ ਲਈ ਗਏ ਨੇ। ਵਚਨ ਨੰਬਰ 388। ਅੱਜ ਸਰਸਾ ਤੋਂ ਓਪਰੇਟਰ ਮੋਹਨ ਸੇਠੀ ਕਈ ਡੱਬੇ ਉੱਨ ਦੇ ਲੈ ਕੇ ਆਏ ਨੇ ਅਤੇ ਪੂਜਯ ਮਨੇਰ ਸਾਹਿਬ ਜੀ ਨੇ ਆਪਣੇ ਲਈ ਸਵੈਟਰ ਬਣਾਉਣੇ ਨੇ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਉਹਨਾਂ ਦੀ ਉੱਨ ਦੇਖੀ ਅਤੇ ਰੰਗ ਪਸੰਦ ਕਰਕੇ 300 ਗ੍ਰਾਮ ਉੱਨ ਰੱਖੀ ਅਤੇ ਆਪ ਜੀ ਨੇ ਸੇਠੀ ਨੂੰ 108 ਰੁਪਏ ਦਿੱਤੇ ਅਤੇ ਨਾਲ ਹੀ ਇਹ ਫਰਮਾਇਆ ਕਿ ਸਾਡੇ ਗਰੀਬਾਂ ਕੋਲ ਇੰਨੇ ਹੀ ਪੈਸੇ ਨੇ, ਜ਼ਿਆਦਾ ਪੈਸੇ ਕਿੱਥੇ। ਵਚਨ ਨੰਬਰ 399।
ਅੱਜ ਰਾਤ ਦੀ ਮਜਲਿਸ 'ਚ ਪੂਜਯ ਮਨੇਰ ਸਾਹਿਬ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਬਾਰੇ ਗੱਲ ਕਰਦਿਆਂ ਫਰਮਾਇਆ ਕਿ ਇਹਨਾਂ ਦਿਨਾਂ 'ਚ ਹੀ ਹੁੰਦਾ ਹੈ। ਅਤੇ ਫਿਰ ਫਰਮਾਇਆ ਕਿ ਇੱਕ ਵਾਰੀ ਅਸੀਂ ਮੇਲੇ ਗਏ ਸੀ। ਅਸੀਂ ਛੋਟੇ ਛੋਟੇ ਹੁੰਦੇ ਸੀ, ਪੜ੍ਹਦੇ ਸੀ, ਸਰਦੀ ਬਹੁਤ ਸੀ। ਉੱਥੇ ਪਹਿਲੀ ਵਾਰੀ ਅਸੀਂ ਚਾਹ ਪੀਤੀ ਸੀ ਰਾਤ ਨੂੰ। ਸਾਡੇ ਤਾਇਆ ਜੀ ਸਾਡੇ ਨਾਲ ਗਏ ਸੀ। ਫਿਰ ਸੁਣਾਇਆ ਕਿ ਮੇਲਿਆਂ 'ਚ ਕੀ ਹੁੰਦਾ ਹੈ, ਹੋ ਹੀ ਹੁੰਦੀ ਹੈ, ਕੋਈ ਸਮਝ ਤਾਂ ਪੈਂਦੀ ਨਹੀਂ, ਜਾਂ ਫਿਰ ਚੜਾਵਾ ਚੜਾਈ ਜਾਓ, ਹੋਰ ਕੀ ਹੈ। ਅਤੇ ਫਿਰ ਚੌਧਰੀ ਖਿਆਲੀ ਰਾਮ ਜੀ ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ, ਕਿਵੇਂ ਚੌਧਰੀ ਸਾਹਿਬ, ਸਰਦੀ ਹੈ ਕਿ ਨਹੀਂ? ਤਾਂ ਚੌਧਰੀ ਸਾਹਿਬ ਨੇ ਕਹਾ, ਜੀ ਸਰਦੀ ਤਾਂ ਹੈ। ਅਤੇ ਫਿਰ ਹੱਸਦੇ ਹੋਏ ਫਰਮਾਇਆ, ਚੌਧਰੀ ਸਾਹਿਬ ਕਿਹੜਾ ਬੁੱਢੇ ਨੇ? ਤਾਂ ਫਿਰ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਸਾਨੂੰ ਤਾਂ ਸਰਦੀ ਲੱਗਦੀ ਹੈ ਬਈ। ਅਸੀਂ ਤਾਂ ਇੱਕ ਹੋਰ ਹੀ ਪੰਗਾ ਲੈ ਲਿਆ ਸੀ। ਸਵੇਰੇ ਗੰਨਾ ਚੋਪ ਲਿਆ ਸੀ ਤਾਂ ਮਹਾਤਮਾ ਗੁਰਦਾਸ ਜੀ ਹੱਸਣ ਲੱਗੇ ਅਤੇ ਕਿਹਾ ਕਿ ਜਿਸ ਗੰਨਾ ਤਾਂ ਸਵੇਰੇ ਚੂਪਿਆ ਸੀ ਅਤੇ ਸਰਦੀ ਹੁਣ ਲੱਗਦੀ ਹੈ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਕਿਹਾ, ਕਿਉਂ, ਅਸਰ ਤਾਂ ਰਹਿੰਦਾ ਹੀ ਹੈ ਨਾ। ਅਤੇ ਫਿਰ ਫਰਮਾਇਆ, ਉਹ ਤਾਂ ਕੀ, ਜਦੋਂ ਅਸੀਂ ਪਿੰਡ ਰਹਿੰਦੇ ਸੀ ਤਾਂ 6-6 7-7 ਗੰਨੇ ਚੂਪ ਜਾਂਦੇ ਸੀ, ਅਤੇ ਉਹ ਵੀ ਰਾਤ ਨੂੰ ਰਜਾਈ 'ਚ ਬੈਠ ਕੇ। ਅਤੇ ਆਪ ਜੀ ਦੀ ਗੱਲ ਸੁਣ ਕੇ ਸਾਰੀ ਸੰਗਤ ਹੱਸਣ ਲੱਗੀ। ਵਚਨ ਨੰਬਰ 390। ਅੱਜ ਡੇਰੇ 'ਚ ਰਾਤ ਦੀ ਮਜਲਿਸ 'ਚ ਚੇਤਾਵਨੀ ਦਾ ਸ਼ਬਦ ਆਪਣਾ ਆਪ ਪਹਿਚਾਣ ਬੋਲਿਆ ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਗੁਰਬਾਣੀ 'ਚ ਹਰ ਗੱਲ ਨਿਕਲ ਕੇ ਆਉਂਦੀ ਹੈ। ਕਹੋ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਇਸ ਵਚਨ ਦੇ ਨਾਲ ਹੀ ਮਜਲਿਸ ਦੀ ਸਮਾਪਤੀ ਹੋਈ। ਵਚਨ ਨੰਬਰ 391। ਅੱਜ ਡੇਰਾ ਵਿੱਚ ਰਾਤ ਦੀ ਮਜਲਿਸ 'ਚ ਬ੍ਰਹਮਾਨੰਦ ਜੀ ਦੀ ਬਾਣੀ 'ਚੋਂ ਸ਼ਬਦ ਲਿਆ ਗਿਆ, ਅਗਰ ਹੈ ਪ੍ਰੇਮ ਦਰਸ਼ਨ ਕਾ, ਭਜਨ ਸੇ ਪ੍ਰੀਤ ਕਰ ਪਿਆਰੇ। ਸ਼ਬਦ ਬੋਲਿਆ ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਡੰਡੇ ਚੱਕਣੇ ਤਾਂ ਸੌਖੇ ਨੇ, ਇਹ ਨੀਂਦ, ਕਾਮ, ਕ੍ਰੋਧ ਛੱਡਣੇ ਔਖੇ ਨੇ। ਦੁਨੀਆ ਐਵੇਂ ਹੀ ਲੜੀ ਮਰੀ ਜਾਂਦੀ ਹੈ। ਅਤੇ ਦੀਵਾਰ ਨਾਲ ਬੈਠੇ ਜਗਮਾਲ ਵਾਲੀ ਤੋਂ ਸੱਜਣ ਸਿੰਘ ਜੀ ਅਚਾਨਕ ਹੀ ਬੋਲੇ, ਜੀ ਫੇਰ ਤੁਸੀਂ ਮੈਨੂੰ ਕਹੋਗੇ ਜੇ ਲੋਕ ਮੱਲੋ ਮੱਲੀ ਡੰਡੇ ਚਕਾਉਣ ਤਾਂ ਫੇਰ ਕੀ? ਸੱਜਣ ਸਿੰਘ ਦੀ ਗੱਲ ਸੁਣ ਕੇ ਪੂਜਯ ਮਨੇਰ ਸਾਹਿਬ ਜੀ ਹੱਸਣ ਲੱਗੇ ਅਤੇ ਫਿਰ ਫਰਮਾਇਆ, ਕੋਈ ਗੱਲ ਨਹੀਂ ਸੱਜਣ ਸਿੰਘ, ਇਹ ਫਕੀਰਾਂ ਨਾਲ ਹੁੰਦੀ ਆਈ ਹੈ। ਤਾਂ ਸੱਜਣ ਸਿੰਘ ਜੀ ਨੇ ਮਨੇਰ ਸਾਹਿਬ ਜੀ ਦੀ ਹੱਦ ਤੋਂ ਜ਼ਿਆਦਾ ਦੀਨਤਾ ਵਾਲੀ ਗੱਲ ਸੁਣ ਕੇ ਕਾਫੀ ਨਾਰਾਜ਼ ਹੋਏ ਅਤੇ ਕਹਿਣ ਲੱਗੇ, ਜੀ ਮੈਂ ਤਾਂ ਆਪਣੇ ਰਿਸ਼ਤੇਦਾਰੀਆਂ 'ਚ ਗਿਆ ਸੀ, ਉਹ ਤਾਂ ਕਹਿੰਦੇ ਸੀ ਕਿ ਅੰਮ੍ਰਿਤ ਛਕ ਲੈ, ਅਤੇ ਮੈਂ ਕਿਹਾ ਕਿ ਸੰਤਾਂ ਨੂੰ ਪੁੱਛ ਕੇ ਛਕੂੰਗਾ, ਹੁਣ ਤਾਂ ਮੈਂ ਅੰਮ੍ਰਿਤ ਹੀ ਛਕੂੰਗਾ। ਤਾਂ ਇਹ ਸੁਣ ਕੇ ਪੂਜਯ ਮਨੇਰ ਸਾਹਿਬ ਜੀ ਹੱਸਣ ਲੱਗੇ ਅਤੇ ਫਿਰ ਫਰਮਾਇਆ ਕਿ ਕਈ ਆਦਮੀ ਅੰਮ੍ਰਿਤ ਛਕਣ ਨੂੰ ਫਿਰਦੇ ਨੇ, ਇਹ ਹੁੰਦੀ ਹੀ ਆਈ ਹੈ, ਇਹ ਕੋਈ ਨਵੀਂ ਗੱਲ ਨਹੀਂ। ਅਤੇ ਫਿਰ ਫਰਮਾਇਆ ਕਿ ਸੱਚਾ ਨਾਮ ਆਖਣ ਔਖਾ, ਇਸ 'ਚ 100 ਰੁਕਾਵਟਾਂ ਪੈਂਦੀਆਂ ਨੇ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਗੁਰਦਾਸ ਜੀ ਤੋਂ ਸੰਗੀ ਦਾ ਸਹਾਰਾ ਕਿਤਾਬ ਮੰਗਵਾਈ ਅਤੇ ਉਸ 'ਚੋਂ ਭਗਤਾਂ ਅਤੇ ਸੰਸਾਰੀਆਂ ਦਾ ਜੋੜ ਕਦੇ ਨਾ ਆਏ ਦਾ ਮਜ਼ਮੂਨ ਪੜ੍ਹਵਾਇਆ। ਅਤੇ ਫਿਰ ਫਰਮਾਇਆ, ਬਸ ਬਈ, ਲੋਕ ਉਹਨਾਂ ਦੁਨਿਆਵੀ ਲੋਕਾਂ ਦੀ ਹੀ ਮਦਦ ਕਰਨਗੇ, ਮਤਲਬ ਕਿ ਉਹਨਾਂ ਫਕੀਰਾਂ ਦਾ ਸਾਥ ਅੱਜ ਤੱਕ ਕਿਸੇ ਨੇ ਨਹੀਂ ਦਿੱਤਾ, ਕੋਈ ਵਿਰਲਾ ਹੀ ਨਿਕਲਦਾ ਹੈ। ਫਕੀਰਾਂ ਦੇ ਨਾਲ ਰਹਿਣ ਵਾਲਿਆਂ ਨੇ ਵੀ ਫਕੀਰਾਂ ਦਾ ਸਾਥ ਨਹੀਂ ਦਿੱਤਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਲਈ ਸਿਰਫ ਇੰਨਾ ਹੀ। ਕੱਲ੍ਹ ਫੇਰ ਆਪਣੇ ਪਿਆਰੇ ਮੁਰਸ਼ਦ ਪੂਜਯ ਮਨੇਰ ਸਾਹਿਬ ਜੀ ਦੇ ਅਨਮੋਲ ਵਚਨਾਂ ਦਾ ਖਜ਼ਾਨਾ ਲੈ ਕੇ ਆਪ ਨਾਲ ਰੂਬਰੂ ਹੋਵਾਂਗਾ। ਤਦ ਤੱਕ ਦੇ ਲਈ ਇਸ ਨਾਚੀਜ਼ ਨੂੰ ਇਜਾਜ਼ਤ ਦਿਓ ਅਤੇ ਨਾਲ ਹੀ ਮੇਰੀ ਦੋਨੋਂ ਹੱਥ ਜੋੜ ਕੇ ਪਿਆਰ ਭਰੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਹਾਜ਼ਰ ਨਾਜ਼ਰ ਜਿੰਦਾ ਰਾਮ ਤੇਰਾ ਹੀ ਆਸਰਾ ਕਬੂਲ ਫਰਮਾਓ।